So good morning to all of you once again. I'm Professor Ratnesh Pal Singh from Department of Management Studies, Mata Gujri College, Fatehgarh Sahib, standing in front of you for sharing my views on the topic of publication ethics. ਆਪਾਂ ਦੋ ਮੋਡਿਊਲਸ ਕਰ ਚੁੱਕੇ ਸੀਗੇ। ਹੁਣ ਆਪਾਂ ਅਗਲਾ ਨੈਕਸਟ ਮੋਡਿਊਲ ਆਪਣਾ ਜਿਹੜਾ ਉਸ ਨੂੰ ਸਟਾਰਟ ਕਰਾਂਗੇ, ਦੈਟ ਇਜ਼ ਦ ਮੋਡਿਊਲ 3। ਇਸ ਦੇ ਵਿੱਚ ਪਹਿਲਾਂ ਆਪਣੇ ਕੋਲ ਆ ਜਾਂਦਾ ਹੈ ਐਥੀਕਲ ਕਨਵੈਨਸ਼ਨਸ ਆਫ ਦਾ ਪਬਲਿਕੇਸ਼ਨਸ। ਹੁਣ ਪਬਲਿਕੇਸ਼ਨਸ ਦੇ ਵਿੱਚ ਜਿਹੜਾ ਆਪਾਂ ਟੌਪਿਕ ਆਪਣਾ ਚੱਲ ਰਿਹਾ ਪਬਲਿਕੇਸ਼ਨ ਐਥਿਕਸ ਦਾ, ਉਸ 'ਚ ਆਪਣੇ ਕੋਲ ਆ ਜਾਂਦਾ ਐਥੀਕਲ ਕਨਵੈਨਸ਼ਨਸ ਕੀ ਹੈ ਪਬਲਿਕੇਸ਼ਨਸ ਦੀਆਂ। ਪਹਿਲੀ ਚੀਜ਼ ਮਲਟੀਪਲ ਸਬਮਿਸ਼ਨ। ਆਹ ਚੀਜ਼ ਕਦੀ ਵੀ ਨਹੀਂ ਹੋਣੀ ਚਾਹੀਦੀ ਵੀ ਬਾਰ-ਬਾਰ ਅਲੱਗ-ਅਲੱਗ ਜਗ੍ਹਾ ਤੇ ਤੁਸੀਂ ਜਾ ਕੇ ਉਸਨੂੰ ਸਬਮਿਟ ਕਰੀ ਜਾ ਰਹੇ ਹੋ, ਕਦੀ ਇੱਕ ਜਗ੍ਹਾ ਤੇ, ਦੂਸਰੀ ਜਗ੍ਹਾ ਤੇ, ਤੀਸਰੀ ਜਗ੍ਹਾ ਤੇ। ਨਹੀਂ, ਇੱਕ ਜਰਨਲ ਨੂੰ ਫੜ ਲਓ, ਇੱਕ ਕਿਸੇ ਏਜੰਸੀ ਨੂੰ ਫੜੋ ਜਿਸ ਨਾਲ ਤੁਸੀਂ ਜਾਣਾ ਹੈ। ਮਲਟੀਪਲ ਸਬਮਿਸ਼ਨਸ ਜਿੰਨੀਆਂ ਕਰੋਗੇ that will create a problem for the author। ਸਿੱਧੀ ਜੀ ਗੱਲ ਹੈ, ਕਿਉਂਕਿ ਜਿਸ ਚੀਜ਼ ਫॉर एग्जांपल ਸਿੰਪਲ ਐਗਜ਼ਾਮਪਲ ਲੈਂਦੇ, ਤੁਸੀਂ ਜਿਸ ਜਗ੍ਹਾ ਤੇ ਜਾ ਕੇ ਸਬਮਿਟ ਕਰੋਗੇ ਹਰ ਇੱਕ ਬੰਦਾ ਉਹਦਾ ਪਲੈਗਰਿਜ਼ਮ ਚੈੱਕ ਕਰੇਗਾ, ਔਰ ਜਿੰਨੀ ਵਾਰੀ ਉਹ ਪਲੈਗਰਿਜ਼ਮ ਚੈੱਕ ਹੋ ਗਿਆ, ਫॉर एग्जांपल ਤੁਸੀਂ ਇੱਕ ਪਾਸੇ ਗਏ, ਉੱਥੇ ਉਹਨੇ ਉਸਦਾ ਪਲੈਗਰਿਜ਼ਮ ਚੈੱਕ ਕਰਤਾ, ਠੀਕ ਹੈ, ਉਹ ਕਲਾਊਡ 'ਚ ਪੈ ਗਿਆ। ਦੂਜੀ ਵਾਰ ਫਿਰ ਤੁਸੀਂ ਗਏ ਜਾ ਕੇ ਉਹਨੇ ਫਿਰ ਦਾ ਪਲੈਗਰਿਜ਼ਮ ਚੈੱਕ ਕਰਤਾ, ਤੁਹਾਡਾ ਪਿਛਲਾ ਕੰਮ ਹੀ ਪਲੈਗਰਿਜ਼ਮ 'ਚ ਸ਼ੋ ਕਰ ਦੇਗਾ ਉਹ। ਸੋ ਇਸ ਚੀਜ਼ ਦਾ ਧਿਆਨ ਰੱਖੋ, ਆਪਣੇ ਮਲਟੀਪਲ ਸਬਮਿਸ਼ਨਸ ਨਹੀਂ ਕਰਨੀਆਂ। ਮਲਟੀਪਲ ਪਬਲਿਕੇਸ਼ਨਸ ਇੱਕ ਕੰਮ ਹੈ, ਇੱਕ ਜਰਨਲ ਦੇ ਵਿੱਚ ਉਸਨੂੰ ਪਬਲਿਸ਼ ਕਰਵਾਓ। ਇਹ ਨਹੀਂ ਵੀ ਅੱਜ ਇੱਕ ਪਬਲਿਸ਼ ਕਰਵਾਤਾ, 2 ਮਹੀਨੇ ਬਾਅਦ ਦੂਸਰੇ ਪਬਲਿਸ਼ ਕਰਵਾਤਾ, ਤੀਜੇ ਮਹੀਨੇ ਬਾਅਦ ਤੀਸਰੇ ਜਾ ਕੇ ਪਬਲਿਸ਼ ਕਰਵਾਤਾ। ਨਹੀਂ, ਇਹ ਗਲਤ ਗੱਲ ਹੈ। ਤੁਸੀਂ ਉਸਨੂੰ ਫਰਦਰ ਅੱਗੇ ਸਟੱਡੀ ਕਰ ਰਹੇ ਹੋ, ਦੈਟਸ ਅ ਡਿਫਰੈਂਟ ਥਿੰਗ, ਦੈਟਸ ਅ ਕੰਪਲੀਟਲੀ ਡਿਫਰੈਂਟ ਥਿੰਗ। ਮੈਂ ਇਹ ਨਹੀਂ ਕਹਿੰਦਾ ਵੀ ਫॉर एग्जांपल ਮੈਂ ਕਸਟਮਰ ਸੈਟੀਸਫੈਕਸ਼ਨ ਦੇ ਉੱਪਰ ਇੱਕ ਪੇਪਰ ਲਿਖਿਆ, ਜਦੋਂ ਮੈਂ ਇੱਕ ਜਰਨਲ 'ਚ ਪਬਲਿਸ਼ ਕਰਾਇਆ, ਠੀਕ ਹੈ, ਮੈਂ ਉਸ 'ਚ ਇੰਪੈਕਟ ਪਾਤਾ ਵੀ ਪ੍ਰਾਈਸਿੰਗ ਦਾ ਬਹੁਤ ਵੱਡਾ ਇੰਪੈਕਟ ਹੈ ਕਸਟਮਰ ਸੈਟੀਸਫੈਕਸ਼ਨ ਦੇ ਉੱਪਰ, ਡਨ, ਗੱਲ ਖਤਮ। ਜਦੋਂ ਮੈਂ ਦੁਬਾਰਾ ਪਬਲਿਸ਼ ਕਰਵਾਉਣ ਜਾ ਰਿਹਾ, ਤਾਂ ਜੇ ਮੈਂ ਦੁਬਾਰਾ ਵੀ ਜੇ ਕਸਟਮਰ ਸੈਟੀਸਫੈਕਸ਼ਨ ਦੇ ਉੱਪਰ ਗੱਲ ਕਰ ਰਿਹਾ, ਤਾਂ ਮੈਂ ਹੁਣ ਪ੍ਰਾਈਸਿੰਗ ਨਹੀਂ ਛੇੜਾਂਗਾ, ਪ੍ਰਾਈਸਿੰਗ ਮੈਂ ਆਲਰੇਡੀ ਕਰ ਚੁੱਕਾ। ਜੇ ਤਾਂ ਮੈਂ ਦੁਬਾਰਾ ਪ੍ਰਾਈਸਿੰਗ ਦੇ ਉੱਪਰ ਲੈ ਕੇ ਕਿਸੇ ਪਬਲਿਕੇਸ਼ਨ ਕੋਲ ਦੁਬਾਰਾ ਚਲਾ ਜਾਂਦਾ, ਪਬਲਿਕੇਸ਼ਨ ਹਾਊਸ ਦੇ ਕੋਲ, ਉਹ ਗਲਤ ਹੈ। ਹਾਂ, ਜੇ ਮੈਂ ਪਹਿਲਾਂ ਪ੍ਰਾਈਸਿੰਗ ਬੇਸ ਕੱਢ ਚੁੱਕਾ, ਮੈਂ ਕੋਈ ਹੋਰ ਨਵਾਂ ਹੀ ਚੀਜ਼ ਲੈ ਕੇ ਜਾ ਰਿਹਾ ਵੀ ਕਸਟਮਰ ਸੈਟੀਸਫੈਕਸ਼ਨ ਦੇ ਉੱਪਰ ਕੁਆਲਿਟੀ ਵੀ ਅਸਰ ਪਾਉਂਦੀ ਹੈ, ਇਹ ਅਲੱਗ ਹੋ ਗਿਆ, ਇਹ ਮਲਟੀਪਲ ਦੇ ਵਿੱਚ ਨਹੀਂ ਆਏਗਾ। ਠੀਕ ਹੈ ਜੀ, ਇਹ ਐਗਜ਼ਾਮਪਲ ਹੈ, ਇਹ ਮਲਟੀਪਲ ਦੇ ਵਿੱਚ ਨਹੀਂ ਆ ਰਿਹਾ। ਆਪਾਂ ਨਵਾਂ ਕੰਮ ਕਰ ਰਹੇ ਹਾਂ। ਨਵਾਂ ਕੰਮ ਤੁਸੀਂ ਜਿਹੜੇ ਮਰਜ਼ੀ ਜਿੰਨੀ ਮਰਜ਼ੀ ਜਰਨਲਸ ਤੋਂ ਜਾ ਕੇ ਪਬਲਿਸ਼ ਕਰਵਾ ਲਓ, ਕੋਈ ਇਸ਼ੂ ਨਹੀਂ ਹੈ, ਬਟ ਇੱਕੋ ਚੀਜ਼ ਨੂੰ ਬਾਰ-ਬਾਰ ਨਹੀਂ ਤੁਸੀਂ ਪਬਲਿਸ਼ ਕਰਵਾਉਣਾ। ਸੁਜੈਸਟਿੰਗ ਦਾ ਪੋਟੈਂਸ਼ੀਅਲ ਰਿਵਿਊਅਰਸ, ਇਹ ਬੜਾ ਇੱਕ ਅੱਜ ਕੱਲ੍ਹ ਇੰਪੋਰਟੈਂਟ ਪੁਆਇੰਟ ਚੱਲ ਪਿਆ। ਕਈ ਵਾਰੀ ਕੀ ਹੁੰਦੇ ਨੇ, ਪ੍ਰਾਈਵੇਟ ਹਾਊਸਿਸ ਖੁੱਲੇ, ਜਰਨਲਸ ਜਿਹਨਾਂ ਨੇ ਖੋਲੇ ਹੋਏ ਆ, ਉਹ ਸਾਨੂੰ ਹੀ ਕਹਿੰਦੇ ਵੀ ਤੁਸੀਂ ਆਪਣੇ ਵੱਲੋਂ ਸਾਨੂੰ ਕੋਈ ਰਿਵਿਊਅਰਸ ਦੱਸ ਦਿਓ ਜਿੱਥੋਂ ਅਸੀਂ ਤੁਹਾਡਾ ਪੇਪਰ ਰਿਵਿਊ ਕਰਵਾ ਦਈਏ। ਫਿਰ ਅਸੀਂ ਵੀ ਕਹਿੰਦੇ ਅੱਛਾ ਠੀਕ ਹੈ ਯਾਰ, ਮੇਰਾ ਪੇਪਰ ਜਲਦੀ ਛਪ ਜੂਗਾ, ਮੇਰੀ ਨਾਲ ਦੇ ਫੀਲਡ ਦਾ ਬੰਦਾ ਹੁੰਦਾ, ਚਾਹੇ ਉਹ ਕੰਪੀਟੈਂਟ ਹੈ, ਚਾਹੇ ਉਹ ਨਹੀਂ ਹੈ, ਚਾਹੇ ਉਹਨੂੰ ਨੌਲੇਜ ਹੈ ਨਹੀਂ ਹੈ, ਆਪਾਂ ਵੀ ਉਹਦਾ ਨਾਮ ਪਾ ਦਿੰਦੇ ਹਾਂ ਵੀ ਹਾਂਜੀ ਇਸ ਤੋਂ ਰਿਵਿਊ ਕਰਵਾ ਲਓ ਜੀ। ਇਹ ਗਲਤ ਹੈ। ਜਿਸ ਬੰਦੇ ਤੋਂ ਪੇਪਰ ਰਿਵਿਊ ਕਰਵਾ ਰਹੇ ਹੋ, ਉਸ ਬੰਦੇ ਨੂੰ ਪ੍ਰੋਪਰ ਫੀਲਡ ਦੀ ਨੌਲੇਜ ਹੋਣੀ ਚਾਹੀਦੀ ਹੈ। ਆਪਣੇ ਫਾਇਦੇ ਦੇ ਲਈ ਕੋਈ ਇਨਕੰਪੀਟੈਂਟ ਬੰਦਾ ਜਿਹਨੂੰ ਨੌਲੇਜ ਨਹੀਂ ਹੈ, ਜਿਸਨੂੰ ਪਤਾ ਹੀ ਨਹੀਂ ਹੈ, ਫੀਲਡ ਦੀ ਨੌਲੇਜ ਹੀ ਨਹੀਂ ਹੈ, ਉਹਨੂੰ ਸੁਜੈਸਟ ਨਾ ਕਰੋ। ਉਹ ਤੁਹਾਡੇ ਰਿਸਰਚ ਵਰਕ ਦੇ ਉੱਪਰ ਹੀ ਇੰਪੈਕਟ ਪਾਏਗਾ। ਔਰ ਜੇ ਇਹੋ ਜਿਹੇ ਬੰਦਿਆਂ ਦੇ ਹੱਥ ਚੋਂ ਪੇਪਰ ਨਿਕਲ ਕੇ ਆ ਗਿਆ, ਸੋਚ ਕੇ ਦੇਖੋ ਉਹਦੀਆਂ ਰਿਸਰਚ ਦੀਆਂ ਫਾਈਂਡਿੰਗਸ ਜੇ ਉਹ ਆ ਗਈਆਂ, ਜੇ ਆਪਾਂ ਉਹਨਾਂ ਰਿਸਰਚ ਫਾਈਂਡਿੰਗਸ ਦੇ ਅਕੋਰਡਿੰਗਲੀ ਕੰਮ ਵੀ ਕਰ ਲਿਆ, ਤਾਂ ਆਪਣਾ ਸਾਰਾ ਕੀਤਾ ਕਰਾਇਆ ਕਿਸੇ ਨਾ ਕਿਸੇ ਸਟੇਜ ਦੇ ਉੱਪਰ ਆ ਕੇ ਖਤਮ ਹੋ ਜਾਏਗਾ। ਔਰ ਉਸਦਾ ਰਿਜ਼ਲਟ ਕੀ ਨਿਕਲੇਗਾ? ਆਪਣਾ ਵੀ ਨੁਕਸਾਨ ਹੋਊਗਾ, ਆਪਣੀ ਕੰਪਨੀ ਦਾ ਵੀ ਨੁਕਸਾਨ ਹੋਏਗਾ, ਆਪਣੇ ਰਿਸਰਚ ਵਰਕ ਦਾ ਵੀ ਨੁਕਸਾਨ ਹੋਏਗਾ। ਸੋ ਇਹ ਚੀਜ਼ ਨਹੀਂ ਕਰਨੀ, ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਜੋ ਤੁਹਾਨੂੰ ਲੱਗਦਾ ਹੈ ਵੀ ਕੰਪੀਟੈਂਟ ਹੈ ਬੰਦਾ, ਸੁਜੈਸਟ ਕਰੋ, ਕੋਈ ਤੁਹਾਨੂੰ ਮਨਾ ਨਹੀਂ ਕਰਦਾ, ਬਟ ਇੱਕ ਚੀਜ਼ ਧਿਆਨ ਰੱਖੋ, ਬੰਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਬੰਦਾ, ਇਸ ਬੰਦੇ ਨੂੰ ਨੌਲੇਜ ਹੈ ਫੀਲਡ ਦੀ, ਤਾਂ ਉਸਨੂੰ ਸੁਜੈਸਟ ਕਰੋ। ਔਰ ਜਿੱਥੋਂ ਆਪਾਂ ਨੂੰ ਇਹ ਆਈਡੀਆ ਹੋਵੇ ਵੀ ਜੇ ਮੇਰਾ ਪੇਪਰ ਇਸ ਬੰਦੇ ਕੋਲ ਜਾਏਗਾ ਰਿਵਿਊ ਹੋਣ ਦੇ ਲਈ, ਤਾਂ ਇਹ ਮੈਨੂੰ 101% ਕੁਛ ਨਾ ਕੁਛ ਨਵਾਂ ਮੈਨੂੰ ਦੱਸੇਗਾ। ਇਹੋ ਜਿਹੇ ਬੰਦੇ ਤੁਹਾਨੂੰ ਲੱਭਦੇ ਆ, ਜੇ ਪਤਾ ਤੁਹਾਡੀ ਫੀਲਡ 'ਚ ਇਹੋ ਜਿਹੇ ਬੰਦੇ ਹੈਗੇ, ਠੀਕ ਹੈ ਨਾ, ਫਿਰ ਤਾਂ ਉਹਨਾਂ ਨੂੰ ਸੁਜੈਸਟ ਕਰੋ, ਅਦਰਵਾਈਜ਼ ਨਹੀਂ। ਜਿਸ ਬੰਦੇ ਨੂੰ ਨੌਲੇਜ ਹੀ ਨਹੀਂ ਹੈ, ਤੁਸੀਂ ਸਿਰਫ ਆਪਣੇ ਐਡਵਾਂਟੇਜ ਦੇ ਲਈ ਉਸ ਬੰਦੇ ਨੂੰ ਸੁਜੈਸਟ ਕਰ ਦੋਗੇ, ਤਾਂ ਕੁਝ ਹੋਰ ਦਾ ਹੋਰ ਹੀ ਹੋ ਜਾਏਗਾ। ਐਰਰ ਕਰੈਕਸ਼ਨਸ ਇਨ ਦਾ ਪਬਲਿਸ਼ਡ ਪੇਪਰਸ, ਜੇ ਐਰਰ ਦੀਆਂ ਕਰੈਕਸ਼ਨਸ ਆ ਗਈ ਪਬਲਿਸ਼ਡ ਪੇਪਰ ਦੇ ਵਿੱਚ, ਉਹ ਚੀਜ਼ ਆ ਗਈ। ਵਿਦਡਰਾਲ ਔਰ ਦਾ ਰੀਟਰੈਕਸ਼ਨ ਆਫ ਪਬਲਿਸ਼ਡ ਪੇਪਰ, ਠੀਕ ਹੈ, ਜੇ ਪੇਪਰ ਕੋਈ ਠੀਕ ਨਹੀਂ ਹੈ ਤਾਂ ਯੂ ਕੈਨ ਦੈਟ ਕੈਨ ਬੀ ਵਿਦਡਰਾਲ, ਪਬਲਿਸ਼ਡ ਪੇਪਰ ਵੀ ਵਿਦਡਰਾਲ ਹੋ ਸਕਦੇ हैं, कोई बड़ा इशू नहीं है।
Then peer-reviewed scholarly journals. While selecting the journals where authors may want to submit their new manuscript, the following should be considered. ਹੁਣ ਜੋ ਤੁਸੀਂ ਆਪਣਾ ਪੇਪਰ ਵੀ ਪਬਲਿਸ਼ ਕਰਵਾਉਣਾ ਹੈ ਨਾ ਜਰਨਲਸ ਦੇ ਵਿੱਚ, ਤਾਂ ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹੈ। ਕੋਪ ਦੇ ਅਕੋਰਡਿੰਗ ਆਪਾਂ ਜਿਵੇਂ ਪਿਛਲੇ ਮੋਡਿਊਲ 'ਚ ਆਪਾਂ ਕੋਪ ਸ਼ੁਰੂ ਕੀਤਾ ਸੀ ਨਾ, ਇਹ ਕੋਪ ਦੇ ਪੁਆਇੰਟ ਅੱਗੇ ਚੱਲ ਰਹੇ। ਕੋਪ ਇਹ ਕਹਿੰਦਾ the journal has proper credibility and the reputation। ਜਿਹੜਾ ਜਰਨਲ ਤੁਸੀਂ ਚੂਜ਼ ਕਰੋਗੇ ਉਹ ਜਰਨਲ ਦੀ ਪ੍ਰੋਪਰ ਕ੍ਰੈਡੀਬਿਲਿਟੀ ਹੋਣੀ ਚਾਹੀਦੀ ਹੈ, ਪ੍ਰੋਪਰ ਉਸ ਦੀ ਰੈਪੂਟੇਸ਼ਨ ਹੋਣੀ ਚਾਹੀਦੀ ਹੈ। ਹੁਣ ਜਿਵੇਂ ਆਪਾਂ ਕਹਿੰਦੇ UGC ਕੇਅਰ ਲਿਸਟ ਪੇਪਰ ਪਬਲਿਸ਼ ਕਰਨਾ, ਹੁਣ ਓਬਵੀਅਸ ਗੱਲ ਹੈ ਕਿ UGC ਕੇਅਰ ਲਿਸਟ ਪੇਪਰ ਹੈ ਉਹਨਾਂ ਦੀ ਪ੍ਰੋਪਰ ਕ੍ਰੈਡੀਬਿਲਿਟੀ ਹੈ, ਇੱਕ ਰੈਪੂਟੇਸ਼ਨ ਹੈ। ਕੱਲ ਨੂੰ ਤੁਸੀਂ ਪੇਪਰ ਪਬਲਿਸ਼ ਕਰਵਾਇਆ ਹੁੰਦਾ ਔਰ ਉੱਥੇ ਆਪਣੇ ਰਿਜ਼ਿਊਮੇ 'ਚ ਲਿਖਿਆ ਹੁੰਦਾ ਮੇਰਾ ਆਹ ਵਾਲਾ ਪੇਪਰ ਜੀ UGC ਕੇਅਰ ਲਿਸਟ 'ਚ ਛਪਿਆ ਹੋਇਆ ਹੈ, ਤਾਂ ਤੁਹਾਡੀ ਓਬਵੀਅਸ ਗੱਲ ਹੈ ਬੰਦੇ ਨੂੰ ਪਤਾ ਲੱਗਦਾ ਵੀ ਹਾਂ ਬੰਦੇ ਨੇ ਕੋਈ ਕੰਮ ਕੀਤਾ ਹੈ। UGC ਕੇਅਰ ਲਿਸਟ ਪੇਪਰ ਐਵੇਂ ਨਹੀਂ ਪਬਲਿਸ਼ ਹੋ ਜਾਂਦੇ। Journal is published regularly and punctually and should have well-defined peer review and editorial policies। ਪਹਿਲੀ ਗੱਲ ਜਿਹੜਾ ਤੁਹਾਡਾ ਜਰਨਲ ਹੈ ਨਾ ਉਹ ਰੈਗੂਲਰ ਹੋਣਾ ਚਾਹੀਦਾ। ਅਲੱਗ-ਅਲੱਗ ਜਰਨਲਸ ਦੀਆਂ ਆਪਣੀਆਂ ਅਲੱਗ-ਅਲੱਗ ਪਾਲਿਸੀਜ਼ ਹੁੰਦੀਆਂ, ਕੋਈ ਮੰਥਲੀ ਪਬਲਿਸ਼ ਹੁੰਦਾ ਹੈ, ਕੋਈ ਕੁਆਰਟਰਲੀ ਪਬਲਿਸ਼ ਹੋ ਜਾਂਦਾ ਹੈ, ਕੋਈ ਈਅਰਲੀ ਪਬਲਿਸ਼ ਹੁੰਦਾ ਹੈ। ਪਰ ਜਿਸ ਟਾਈਮ ਵੀ ਤੁਸੀਂ ਜਾਂ ਬਾਈ ਐਨੂਅਲ ਹੈ, ਜਿਸ ਟਾਈਮ ਵੀ ਹੈ ਇਟ ਸ਼ੁਡ ਬੀ ਰੈਗੂਲਰ ਵਨ। ਜੇ ਕਹਿਤਾ ਵੀ ਹਾਂਜੀ 6 ਮਹੀਨੇ ਬਾਅਦ ਸਾਡਾ ਸੈਕੰਡ ਵੋਲਿਊਮ ਆਏਗਾ then it must be after 6 months, 7 months ਵੀ ਨਹੀਂ, 5 months ਵੀ ਨਹੀਂ, 6 months means 6 months। ਔਰ ਉਸ ਦੇ ਵੀ ਜਿਹੜੇ ਪੀਅਰ ਰਿਵਿਊਡ ਹੈ ਜਾਂ ਐਡੀਟੋਰੀਅਲ ਪਾਲਿਸੀਜ਼ ਹੈ ਉਹ ਵੈਲ ਡਿਫਾਈਨਡ ਹੋਣੀਆਂ ਚਾਹੀਦੀਆਂ ਵੀ ਕਿਹੜੇ ਐਡੀਟੋਰੀਅਲ ਪਾਲਿਸੀਜ਼ ਕੀ ਕੁਝ ਹੈ। The journal is likely to be read by the fellow workers who would be knowledgeable about and interested in given the subject domain। ਜਿਹੜੇ ਜਰਨਲਸ ਹੈ ਉਹ ਜਿਨ੍ਹਾਂ ਨੂੰ ਨੌਲੇਜ ਹੈ ਉਸ ਫੀਲਡ ਦੀ ਉਹਨਾਂ ਦੇ ਕੋਲ ਜਾਣੇ ਚਾਹੀਦੇ ਹੈ ਤਾਂ ਜੋ ਉਸਨੂੰ ਦੇਖ ਸਕਣ, ਸਟੱਡੀ ਕਰ ਸਕਣ ਤਾਂ ਆਪਣੇ ਐਡਵਾਈਸਸ ਜਿਹੜੀਆਂ ਉਹ ਦੇ ਸਕਣ। The journal should have the policy of publication of the category of the articles। ਹਰੇਕ ਦੇ ਅਕੋਰਡਿੰਗਲੀ ਉਹਨਾਂ ਕੋਲ ਪਾਲਿਸੀਜ਼ ਹੋਣੀਆਂ ਚਾਹੀਦੀਆਂ ਜਰਨਲਸ ਦੇ ਕੋਲ ਵੀ ਆਰਟੀਕਲਸ ਨੂੰ ਕਿਵੇਂ ਪਬਲਿਸ਼ ਕਰਨਾ ਹੈ। The journals whose previous history of publication indicates an unduly long time taken to publish submitted articles can be avoided। ਪਹਿਲਾਂ ਜਰਨਲਸ ਨੂੰ ਚੈੱਕ ਕਰ ਲਓ, ਜੇ ਤੁਹਾਨੂੰ ਲੱਗਦਾ ਵੀ ਇਹ ਜਰਨਲਸ ਨੇ ਪਹਿਲਾਂ ਬਹੁਤ ਟਾਈਮ ਲਏ ਹੋਏ ਆ ਆਪਣਾ ਕੰਮ ਨੂੰ ਤੁਹਾਡੇ ਕਿਸੇ ਦੇ ਵੀ ਕੰਮ ਨੂੰ ਪਬਲਿਸ਼ ਕਰਨ ਦੇ ਲਈ, ਉਹਨੂੰ ਅਵਾਇਡ ਹੀ ਕਰ ਦਿਓ। ਕੋਈ ਜ਼ਰੂਰਤ ਨਹੀਂ ਹੈ ਜਰਨਲਸ ਵਿੱਚ ਆਪਣਾ ਆਰਟੀਕਲ ਪਬਲਿਸ਼ ਕਰਨ ਦੀ। Publication in the journals published by established academics, learned societies, universities, etc. are to be preferred over those published by the commercial organizations। हाँ, ਜਿਹੜੀਆਂ ਕੁਝ established organizations ਹਨ, for example Indian Institute of Management ਹੈ, ਠੀਕ ਹੈ, ਇੰਡੀਅਨ ਇੰਸਟੀਚਿਊਟ ਮੈਨੇਜਮੈਂਟ ਹੈ, ਹਾਂ ਜੇ ਉਹ ਕੋਈ ਆਪਣਾ ਜਰਨਲ ਕੱਢਦੇ ਆ ਤਾਂ ਉਹਨਾਂ 'ਚ ਪੇਪਰ ਪਬਲਿਸ਼ ਕਰਵਾਓ। ਇੱਕ ਰੈਪੂਟੇਟਡ ਨਾਮ ਹੈ ਆਈਐਮਸ ਦਾ, ਵਰਲਡ ਵਾਈਡ ਐਸਟੈਬਲਿਸ਼ਡ ਹੈ, ਵਰਲਡ ਵਾਈਡ ਰਿਕੋਗਨਾਈਜ਼ਡ ਹੈ ਉਹ। ਤੁਸੀਂ ਕੱਲ ਨੂੰ ਕਿਤੇ ਬਾਹਰ ਵੀ ਚਲੇ ਜਾਂਦੇ ਹੋ ਕਿ ਕੋਈ ਮੇਰਾ ਆਈਐਮਸ ਦੇ ਜਰਨਲ 'ਚ ਪੇਪਰ ਪਬਲਿਸ਼ ਹੋਇਆ ਹੈ, ਦਿਸ ਇਜ਼ ਗੁੱਡ ਵਨ। ਕਮਰਸ਼ੀਅਲਸ ਦੇ ਪਿੱਛੇ ਨਾ ਜਾਓ, ਉਹ ਪੈਸੇ ਲੈਣਗੇ ਤੁਹਾਡੇ ਤੋਂ। Author must avoid predatory or the bogus journals which charge fee to rapidly publish anything about without peer review। ਹਾਂ, ਜੇ ਕੋਈ ਤੁਹਾਨੂੰ ਇਹੋ ਜਿਹੇ ਮਿਲ ਜਾਂਦੇ ਆ ਬੋਗਸ ਜਰਨਲਸ ਜਾਂ ਕਲੋਨ ਜਰਨਲਸ ਮਿਲਦੇ ਆ, ਉਹਨਾਂ ਨੂੰ ਬਿਲਕੁਲ ਅਵਾਇਡ ਕਰ ਦਿਓ। ਔਰ ਸਿਰਫ ਤੁਹਾਨੂੰ ਇਹ ਵੀ ਤੁਹਾਡਾ ਰਿਸਰਚ ਪੇਪਰ ਛਪ ਜਾਏਗਾ ਪਰ ਤੁਹਾਨੂੰ ਕਿਸੇ ਜਗ੍ਹਾ ਤੇ ਕੋਈ ਫਾਇਦਾ ਨਹੀਂ ਹੋਣਾ, ਨਾ ਤੁਹਾਨੂੰ ਉਹਦਾ ਕੈਸ਼ 'ਚ ਫਾਇਦਾ ਹੋਣਾ, ਕਰੀਅਰ ਐਡਵਾਂਸਮੈਂਟ ਸਕੀਮ ਜਿਹੜੀਆਂ ਆਪਣੀਆਂ ਹੁੰਦੀਆਂ, ਕਿਉਂਕਿ ਸਭ ਨੂੰ ਪਤਾ ਹੈ ਕਿਹੜੇ ਬੋਗਸ ਜਰਨਲਸ ਹੈ ਕਿਹੜੇ ਨਹੀਂ ਹੈ, ਸਿੱਧੀ ਜੀ ਗੱਲ ਹੈ। ਕਿਉਂਕਿ ਜਿਹੜੇ ਆਪਣੇ ਫੋਰ ਐਗਜ਼ਾਮਪਲ ਆਪਾਂ ਕੈਸ਼ ਦੀ ਇੰਟਰਵਿਊ 'ਚ ਅਪੀਅਰ ਹੋ ਰਹੇ ਹਾਂ, ਜਿਹੜੇ ਉੱਥੇ ਆਪਣਾ ਸੀਨੀਅਰ ਬੈਠਾ ਆਪਣੀ ਇੰਟਰਵਿਊ ਲੈ ਰਿਹਾ, ਉਹਨੂੰ ਤਾਂ ਪਤਾ ਹੀ ਹੈ ਨਾ ਫੀਲਡ ਦਾ ਪਈ ਹੈ, ਤੇਰਾ ਜਰਨਲ ਹੀ ਖਰਾਬ ਹੈ। ਕੀ ਕਰੋਗੇ ਤੁਸੀਂ? ਉਹਦੇ ਨੰਬਰ ਕਲੇਮ ਕਰਕੇ ਬੈਠੇ ਹੋਵੋਗੇ। ਜੋ ਤੁਸੀਂ ਉੱਪਰ ਕੇ ਫੋਰ ਐਗਜ਼ਾਮਪਲ ਤੁਸੀਂ ਕਿਸੇ ਜਰਨਲ 'ਚ ਪੇਪਰ ਪਬਲਿਸ਼ ਕਰਾ ਲਿਆ, ਤੁਸੀਂ 25 ਨੰਬਰ ਲੈ ਲਏ ਉਹਦੇ ਕੈਸ਼ ਦੇ ਵਿੱਚ, ਠੀਕ ਹੈ ਨਾ। ਪਰ ਜਦੋਂ ਤੁਸੀਂ ਇੰਟਰਵਿਊ ਦੇਣ ਵਾਸਤੇ ਅਗਲੇ ਬੰਦੇ ਨੇ ਕਹਿੰਦਾ ਭਾਈ ਤੇਰਾ ਜਰਨਲ ਹੀ ਬੋਗਸ ਹੈ, ਉਹਨੇ ਉੱਥੇ ਹੀ ਕਾਟਾ ਮਾਰ ਦੇਣਾ, ਤੁਹਾਡਾ 25 ਦਾ 25 ਨੰਬਰ ਖਤਮ। ਨੰਬਰ ਤਾਂ ਖਤਮ ਹੋਏ, ਚਲੋ ਕੋਈ ਦਿੱਕਤ ਨਹੀਂ, ਤੁਸੀਂ 6 ਮਹੀਨੇ ਦੁਬਾਰਾ ਬਣਾ ਲਓਗੇ, ਪਰ ਤੁਹਾਡੀ ਇਹ ਸੋਚੋ ਇਮੇਜ ਕਿੰਨੀ ਖਰਾਬ ਹੋ ਜਾਏਗੀ। ਤੁਹਾਡਾ ਨਾਮ ਇਹ ਹੋ ਜਾਊਗਾ ਵੀ ਉਹ ਫਲਾਣੇ ਕਾਲਜ ਇੱਕ ਬੰਦਾ ਸੀ, ਯੂਨੀਵਰਸਿਟੀ 'ਚ ਇੱਕ ਬੰਦਾ ਹੈ ਜੀ, ਉਹਨੇ ਕੀ ਕੀਤਾ, ਬੋਗਸ ਜਰਨਲ ਦੇ ਜਿਹੜਾ ਪੇਪਰ ਪਬਲਿਸ਼ ਕਰਵਾ ਲਏ, ਬੋਗਸ ਜਰਨਲ ਦੇ ਬੇਸਿਸ ਦੇ ਉੱਪਰ ਆਪਣੀ ਕੈਸ਼ ਸਕੀਮ ਦੇ ਅੰਡਰ ਆ ਗਿਆ, ਪ੍ਰਮੋਸ਼ਨ ਵਾਸਤੇ ਅਪਲਾਈ ਕਰਤਾ, ਕਿੰਨੀ ਇਮੇਜ ਖਰਾਬ ਹੋ ਜਾਏਗੀ। ਸੋ ਇਹ ਚੀਜ਼ ਦਾ ਧਿਆਨ ਰੱਖੋ। ਦੈਨ ਰਿਸਪੌਂਸਿਬਿਲਿਟੀ ਆਫ ਦਾ ਐਡੀਟਰਸ, ਜਿਹੜੇ ਐਡੀਟਰਸ ਹੈ ਉਹਨਾਂ ਦੀ ਵੀ ਕੁਝ ਰਿਸਪੌਂਸਿਬਿਲਿਟੀਜ਼ ਨੇ। Editor of a journal must be academically competent in the given domain of the journal। ਜਿਹੜਾ ਜਰਨਲ ਹੈ ਫੋਰ ਐਗਜ਼ਾਮਪਲ ਕੋਈ ਬੰਦਾ ਮੈਨੇਜਮੈਂਟ ਦੇ ਜਰਨਲ ਪਬਲਿਸ਼ ਕਰ ਰਿਹਾ ਤਾਂ ਉਹਦੇ ਐਡੀਟਰਸ ਜਿਹੜੇ ਆ ਉਹਨਾਂ ਕੋਲ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ ਮੈਨੇਜਮੈਂਟ ਫੀਲਡ ਦੀ। ਇਹ ਨਾ ਹੋਏ ਬੰਦਾ ਕਿਸੇ ਹੋਰ ਫੀਲਡ ਦਾ ਹੋਵੇ ਉਹ ਮੈਨੇਜਮੈਂਟ ਦੇ ਜਰਨਲ ਛਾਪੀ ਜੇ, ਉਹ ਗਲਤ ਹੈ। Prior to accepting the appointment as a chief editor or the editor of the journal, the person should find out not only the nature of the responsibilities but also the quality policies of the journals and its publisher। ਕੱਲਾ ਸਿਰਫ ਰਿਸਪੌਂਸਿਬਿਲਿਟੀਜ਼ ਨਾ ਦੇਖੋ,
ਉਹਨਾਂ ਦੀਆਂ ਪਾਲਿਸੀਜ਼ ਨੂੰ ਵੀ ਸਟੱਡੀ ਕਰੋ। ਜੇ ਕੋਈ ਬੰਦਾ ਤੁਹਾਨੂੰ ਕਹਿੰਦਾ ਨਾ ਵੀ ਅਸੀਂ ਚੀਫ ਐਡੀਟਰ ਜਾਂ ਐਡੀਟਰ ਲਾ ਦਾਂਗੇ, ਤਾਂ ਉਹਦੀਆਂ ਰਿਸਪੌਂਸਿਬਿਲਿਟੀਜ਼ ਨੂੰ ਵੀ ਦੇਖੋ ਨਾਲ ਦੀ ਨਾਲ, ਇਕੱਲੀਆਂ ਰਿਸਪੌਂਸਿਬਿਲਿਟੀਜ਼ ਹੀ ਨਾ ਦੇਖੋ, ਨਾਲ ਜਿਹੜੀਆਂ ਕੁਆਲਿਟੀ ਪਾਲਿਸੀਜ਼ ਹੈ ਉਹਨਾਂ ਨੂੰ ਵੀ ਸਟੱਡੀ ਕਰੋ। All the editors must agree to devote required time for discharging their editorial duties. ਜਿੰਨੇ ਵੀ ਐਡੀਟਰਸ ਨੇ ਉਹ ਐਗਰੀ ਕਰਨ ਵੀ ਉਹ ਆਪਣਾ ਪ੍ਰੋਪਰ ਪੂਰਾ ਟਾਈਮ ਡਿਵੋਟ ਕਰਨਗੇ, ਸਿਰਫ ਕਾਗਜ਼ਾਂ ਦੇ ਵਿੱਚ ਐਡੀਟਰ ਨਹੀਂ ਬਣਨਾ। ਜੇ ਐਡੀਟਰ ਬਣੇ ਹੋ ਤਾਂ ਪ੍ਰੋਪਰ ਉਸਦੀ ਰਿਸਪੌਂਸਿਬਿਲਿਟੀ ਨੂੰ ਵੀ ਕਵਰ ਅਪ ਕਰੋ। ਜਿੰਨਾ ਟਾਈਮ ਤੁਸੀਂ ਡਿਵੋਟ ਕਰਨਾ ਹੈ, ਮੰਗਦੀ ਹੈ ਪੋਜੀਸ਼ਨ ਤੁਹਾਡੇ ਤੋਂ, ਉਹਨਾਂ ਡਿਵੋਟ ਤੁਸੀਂ ਕਰੋ। All the submissions should be submitted by the editor to check plagiarism, quality of illustration material. ਸਾਰਾ ਕੁਝ ਚੈੱਕ ਕਰੋ plagiarism ਦੇ ਰਿਗਾਰਡਿੰਗ, ਕੁਆਲਿਟੀ ਦੇ ਰਿਗਾਰਡਿੰਗ। Editor should promptly select peer reviewers with due care about their expertise and experiences in the field. Editor ਨੇ select ਕਰਨਾ ਹੈ ਵੀ ਆਪਾਂ peer reviews ਕਿਹੜੇ-ਕਿਹੜੇ ਆਪਾਂ ਨੂੰ ਚਾਹੀਦੇ ਆ according to the experience or their expertise. For example, ਕੋਈ ਜਰਨਲ ਮਾਰਕੀਟਿੰਗ ਦੇ ਪੇਪਰ ਪਬਲਿਸ਼ ਕਰ ਰਹੇ ਆ, ਸਿਰਫ ਤੇ ਸਿਰਫ ਮਾਰਕੀਟਿੰਗ ਦੇ, ਤਾਂ ਐਡੀਟਰ ਨੂੰ ਦੇਖਣਾ ਪਏਗਾ ਵੀ ਜਿਹੜੇ ਮੈਂ ਉਸ ਚ ਰਿਵਿਊਅਰਸ ਪਾ ਰਹੇ ਆ that must have the complete knowledge about the marketing field. Editors need to ensure timely receipt of the comments on the manuscript from the reviewers. ਹਾਂ, ਇਹੋ ਜਿਹੜੇ ਰਿਵਿਊਅਰਸ ਨੂੰ ਤੁਸੀਂ ਪੇਪਰ ਰਿਵਿਊ ਕਰਨ ਵਾਸਤੇ ਭੇਜ ਰਹੇ ਹੋ, ਉਹਨਾਂ ਤੋਂ ਟਾਈਮਲੀ ਰਿਵਿਊਜ਼ ਲੈਣੇ, ਉਹਨਾਂ ਤੋਂ ਟਾਈਮਲੀ ਕਮੈਂਟਸ ਲੈਣੇ ਵੀ ਐਡੀਟਰ ਦੀ ਰਿਸਪੌਂਸਿਬਿਲਿਟੀ ਹੈ। ਐਡੀਟਰਸ ਰਿਸਪੌਂਸਿਬਿਲਿਟੀ ਕੰਟੀਨਿਊਸ ਪੋਸਟ ਪਬਲਿਕੇਸ਼ਨ ਐਜ਼ ਹੁਣ ਵਾਰੀ ਪਬਲਿਸ਼ ਕਰਨ ਤੋਂ ਪਹਿਲਾਂ ਨਹੀਂ, ਪੋਸਟ ਪਬਲਿਕੇਸ਼ਨ ਚ ਵੀ ਰਿਸਪੌਂਸਿਬਿਲਿਟੀ ਹੈ। Especially when questions of priority, plagiarism, unethical manipulations of the data sector arises. In such cases, the proactive and the informed actions and decision need to be taken. ਹੁਣ ਜਦੋਂ ਪਬਲਿਸ਼ ਹੋ ਗਿਆ, ਪਬਲਿਕੇਸ਼ਨ ਤੋਂ ਬਾਅਦ ਕੋਈ ਪ੍ਰੋਬਲਮ ਆ ਗਈ, ਤਾਂ ਉਹ ਜਿਹੜੇ ਕੁਐਸਚਨ ਤੋਂ ਰਾਈਜ਼ ਹੋਣਗੇ ਤਾਂ ਉਸਦੇ ਆਨਸਰਸ ਵੀ ਐਡੀਟਰ ਨੇ ਹੀ ਦੇਣੇ ਹੈ। ਉਹਦੇ ਰਿਗਾਰਡਿੰਗ ਕੋਈ ਡਿਸੀਜਨ ਲੈਣਾ ਉਹ ਵੀ ਐਡੀਟਰ ਨੇ ਹੀ ਲੈਣਾ। The published articles should carry information about the dates of the original and the revised submission, if applicable, and the date of the acceptance. ਹੁਣ ਜਿਹੜੇ ਪਬਲਿਸ਼ ਆਰਟੀਕਲਸ ਹੁੰਦੇ ਨੇ, ਕਈ ਵਾਰੀ ਦੇਖੀਏ ਬੜੇ ਵਧੀਆ ਆਰਟੀਕਲਸ ਹੁੰਦੇ ਆ, ਉਹਨਾਂ ਦੇ ਉੱਪਰ ਪ੍ਰੋਪਰ ਲਿਖਿਆ ਹੁੰਦਾ ਹੈ ਵੀ ਇਹ ਪੇਪਰ ਸਬਮਿਟ ਕਦੋਂ ਹੋਇਆ, ਡੇਟ ਲਿਖੀ ਹੋਏਗੀ, ਪੇਪਰ ਰਿਵਿਊ ਹੋਣ ਵਾਸਤੇ ਕਦੋਂ ਭੇਜਿਆ, ਉਹਦੀ ਡੇਟ ਲਿਖੀ ਹੋਏਗੀ, ਰਿਵਿਊ ਹੋ ਕੇ ਕਦੋਂ ਆਇਆ, ਉਸਦੀ ਡੇਟ ਲਿਖੀ ਹੋਏਗੀ, ਰਿਵਿਊ ਆਉਣ ਤੋਂ ਬਾਅਦ ਆਥਰ ਨੂੰ ਵਾਪਸ ਕਦੋਂ ਭੇਜਿਆ, ਉਸਦੀ ਡੇਟ ਵੀ ਲਿਖੀ ਹੋਏਗੀ, ਆਥਰ ਨੇ ਸਾਨੂੰ ਵਾਪਸ ਕਦੋਂ ਭੇਜਿਆ, ਉਸਦੀ ਡੇਟ ਵੀ ਲਿਖੀ ਹੋਏਗੀ, ਔਰ ਐਕਚੁਅਲ ਚ ਜਾ ਕੇ ਉਹ ਪਬਲਿਸ਼ ਕਦੋਂ ਹੋਇਆ ਉਹ ਡੇਟ ਵੀ ਲਿਖੀ ਹੋਏਗੀ। ਇਹ ਐਡੀਟਰਸ ਦੀ ਰਿਸਪੌਂਸਿਬਿਲਿਟੀਜ਼ ਹੈ ਵੀ ਜਿਹੜੀਆਂ ਚੀਜ਼ਾਂ ਹੋਣ ਉਹਨਾਂ ਨੂੰ ਪ੍ਰੋਪਰਲੀ ਇਸ ਚੀਜ਼ ਨੂੰ ਕੈਰੀ ਆਊਟ ਕਰੇ, ਜੋ ਵੀ ਉਸਦੇ ਵਿੱਚ ਕੁਝ ਵੀ ਹੋ ਰਿਹਾ। So these were the responsibilities of the editors. ਅੱਗੇ ਮੈਂ ਕੁਝ sources ਲਿਖੇ ਜਿਹਨਾਂ ਤੋਂ ਮੈਂ ਥੋੜਾ ਡਾਟਾ ਹੀ ਲਿਆ, ਕਿਉਂਕਿ ਮੈਂ ਆਪਣਾ ਕੰਮ ਨਹੀਂ ਇਸਨੂੰ ਕਹਿੰਦਾ ਵੀ ਮੈਂ ਆ ਕਲੇਮ ਕੀਤਾ ਹੈ। I have taken these resources for my work. ਇਹਨਾਂ ਤੋਂ ਪ੍ਰੋਪਰ ਹੈਲਪ ਲਈ ਹੋਈ ਹੈ। ਸੋ ਨੈਕਸਟ ਮੋਡਿਊਲਸ ਆਪਾਂ ਥੋੜਾ ਇਸ ਤੋਂ ਅੱਗੇ ਜਾ ਕੇ ਸਟੱਡੀ ਕਰਾਂਗੇ। ਥੈਂਕਸ ਲੋਟ ਫॉर ਬੀਇੰਗ ਦ ਪੇਸ਼ੈਂਸ ਆਡੀਅੰਸ। ਥੈਂਕਸ ਲੋਟ।